ਪਿਆਰੇ ਬੱਚਿਓ, ਕਲਾਸ 9ਵੀਂ ਦਾ ਨਾਗਰਿਕ ਸ਼ਾਸਤਰ ਦਾ ਪਾਠ ਲੋਕਤੰਤਰ ਦਾ ਅਰਥ ਅਤੇ ਮਹੱਤਵ ਦਾ ਦੂਸਰਾ ਭਾਗ ਅੱਜ ਆਪਾਂ ਕਰਨ ਜਾ ਰਹੇ ਹਾਂ। ਇਸ ਵਿੱਚ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਇਹਦੇ ਬਾਰੇ ਪੜ੍ਹਾਂਗੇ। ਲੋਕਤੰਤਰ ਭਾਵੇਂ ਬਹੁਤ ਹੀ ਹਰਮਨ ਪਿਆਰੀ ਸ਼ਾਸਨ ਪ੍ਰਣਾਲੀ ਹੈ, ਪਰ ਬਹੁਤ ਸਾਰੀਆਂ ਗੰਭੀਰ ਰੁਕਾਵਟਾਂ ਕਰਕੇ ਲੋਕਤੰਤਰ ਸਫਲਤਾਪੂਰਵਕ ਨਹੀਂ ਚੱਲ ਰਿਹਾ। ਇਹਨਾਂ ਰੁਕਾਵਟਾਂ ਦਾ ਵਰਣਨ ਇਸ ਪ੍ਰਕਾਰ ਹੈ। ਖੇਤਰਵਾਦ। ਲੋਕਾਂ ਅੰਦਰ ਖੇਤਰਵਾਦ ਦੀ ਭਾਵਨਾ ਲੋਕਤੰਤਰ ਨੂੰ ਖਤਰੇ ਵਿੱਚ ਪਾ ਦਿੰਦੀ ਹੈ। ਖੇਤਰੀਵਾਦ ਦੀ ਭਾਵਨਾ ਲੋਕਾਂ ਦੀ ਸੋਚ ਨੂੰ ਸੰਕੀਰਨ ਬਣਾ ਦਿੰਦੀ ਹੈ। ਉਹ ਰਾਸ਼ਟਰੀ ਹਿੱਤਾਂ ਦੀ ਥਾਂ 'ਤੇ ਆਪਣੇ ਖੇਤਰੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ, ਜਿਸ ਨਾਲ ਰਾਸ਼ਟਰੀ ਏਕਤਾ ਭੰਗ ਹੁੰਦੀ ਹੈ। ਬੱਚਿਓ, ਖੇਤਰਵਾਦ ਤੋਂ ਭਾਵ ਹੈਗਾ, ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਹਾਂ ਤਾਂ ਅਸੀਂ ਆਪਣੇ ਨੂੰ ਪੰਜਾਬੀ ਕਹਿੰਦੇ ਹਾਂ, ਗੁਜਰਾਤ ਵਾਲੇ ਗੁਜਰਾਤੀ ਕਹਿੰਦੇ ਆ, ਹਰਿਆਣੇ ਵਾਲੇ ਹਰਿਆਣਵੀ ਕਹਿੰਦੇ ਹਨ। ਤਾਂ ਉਹ ਦੇਸ਼ ਤੋਂ ਉੱਤੇ ਆਪਣੇ ਖੇਤਰ ਦੇ ਵਿਕਾਸ ਬਾਰੇ ਸੋਚਦੇ ਆ। ਤਾਂ ਇਸ ਤਰ੍ਹਾਂ ਦੇਸ਼ ਦੀ ਏਕਤਾ ਦੇ ਰਸਤੇ ਵਿੱਚ ਰੁਕਾਵਟ ਆਉਂਦੀ ਹੈ। ਦੂਸਰਾ ਹੈ ਬਿਮਾਰੀ। ਬਿਮਾਰੀ ਵੀ ਲੋਕਤੰਤਰ ਦੀ ਰਾਹ ਵਿੱਚ ਇੱਕ ਵੱਡੀ ਰੁਕਾਵਟ ਹੈ। ਲੰਬੀ ਬਿਮਾਰੀ ਭੋਗ ਰਹੇ ਵਿਅਕਤੀਆਂ ਦੀ ਜਨਤਕ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਹੁੰਦੀ। ਤਾਂ ਇਹ ਬੱਚਿਓ ਕਲੀਅਰ ਹੀ ਹੈ, ਜਿਹੜਾ ਬੰਦਾ ਬਿਮਾਰ ਆ ਉਹ ਆਪਣੀ ਬਿਮਾਰੀ ਬਾਰੇ ਸੋਚੂਗਾ, ਨਾ ਕਿ ਦੇਸ਼ ਬਾਰੇ। ਤੀਸਰਾ, ਜਾਤੀਵਾਦ ਅਤੇ ਸੰਪਰਦਾਇਕਤਾ। ਜਾਤੀਵਾਦ ਅਤੇ ਸੰਪਰਦਾਇਕਤਾ ਦਾ ਸ਼ਰਾਪ ਸਮਾਜ ਵਿੱਚ ਨਫ਼ਰਤ ਅਤੇ ਤਣਾਅ ਪੈਦਾ ਕਰਦਾ ਹੈ। ਜਾਤੀਵਾਦ ਅਤੇ ਸੰਪਰਦਾਇਕਤਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਸਿੱਧ ਹੁੰਦੀਆਂ ਹਨ। ਜਾਤੀਵਾਦ ਦਾ ਮਤਲਬ ਇਹ ਆ ਵੀ ਕੁਛ ਲੋਕ ਕਹਿੰਦੇ ਅਸੀਂ ਉੱਚੀ ਜਾਤ ਦੇ ਹਾਂ ਅਤੇ ਨੀਵੀਂ ਜਾਤ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ। ਸੰਪਰਦਾਇਕਤਾ ਤੋਂ ਭਾਵ ਹੈ ਵੀ ਧਰਮ ਦੇ ਮਾਮਲੇ 'ਚ ਫਸਣਾ, ਆਪਣੇ ਧਰਮ ਨੂੰ ਦੂਜੇ ਧਰਮ ਤੋਂ ਉੱਚਾ ਸਮਝਣਾ, ਇਹ ਸੰਪਰਦਾਇਕਤਾ। ਅਨਪੜ੍ਹਤਾ। ਅਨਪੜ੍ਹਤਾ ਲੋਕਤੰਤਰ ਦੀ ਵੱਡੀ ਦੁਸ਼ਮਣ ਹੈ। ਅਨਪੜ੍ਹਤਾ ਕਾਰਨ ਲੋਕਤੰਤਰੀ ਕਦਰਾਂ ਕੀਮਤਾਂ ਦਾ ਪਤਨ ਹੁੰਦਾ ਹੈ। ਅਨਪੜ੍ਹ ਵਿਅਕਤੀ ਲੋਕਤੰਤਰ ਵਿੱਚ ਅਹਿਮ ਭੂਮਿਕਾ ਨਹੀਂ ਨਿਭਾ ਸਕਦਾ। ਉਸ ਨੂੰ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਅਨਪੜ੍ਹ ਵਿਅਕਤੀ ਚਲਾਕ ਅਤੇ ਸਵਾਰਥੀ ਨੇਤਾਵਾਂ ਦੇ ਝੂਠੇ ਵਾਅਦਿਆਂ ਵਿੱਚ ਆ ਕੇ ਆਪਣੇ ਵੋਟ ਦੀ ਸਹੀ ਵਰਤੋਂ ਨਹੀਂ ਕਰਦੇ। ਹੁਣ ਅਨਪੜ੍ਹਤਾ ਮਤਲਬ ਇਹ ਵੀ ਹੁਣ ਜਿਹੜਾ ਬੰਦਾ ਅਨਪੜ੍ਹ ਹੈ, ਜਿਹਨੇ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹਨੂੰ ਪਤਾ ਹੀ ਨਹੀਂ ਗਾ ਵੀ ਦੇਸ਼ ਕੀ ਆ, ਲੋਕਤੰਤਰ ਕੀ ਆ, ਸਰਕਾਰ ਕੀ ਹੈ, ਕਿਵੇਂ ਚੁਣੀ ਜਾਣੀ ਹੈ ਨਾ, ਸੁਪਰੀਮ ਕੋਰਟ ਕੀ ਹੈ। ਇਸ ਕਰਕੇ ਅਨਪੜ੍ਹਤਾ ਵੀ ਜਿਹੜਾ ਬਹੁਤ ਵੱਡੀ ਸਮੱਸਿਆ ਹੈਗੀ ਲੋਕਤੰਤਰ ਦੇ ਰਸਤੇ ਦੇ ਵਿੱਚ। ਗਰੀਬੀ। ਲੋਕਤੰਤਰ ਦੇ ਰਾਹ ਵਿੱਚ ਗਰੀਬੀ ਵੀ ਇੱਕ ਵੱਡੀ ਰੁਕਾਵਟ ਹੈ। ਗਰੀਬ ਵਿਅਕਤੀ ਆਪਣੀ ਵੋਟ ਨੂੰ ਵੇਚਣ ਲਈ ਮਜਬੂਰ ਹੋ ਜਾਂਦਾ ਹੈ। ਗਰੀਬ ਵਿਅਕਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਖੁੱਲ੍ਹ ਕੇ ਨਹੀਂ ਕਰ ਸਕਦਾ। ਕਈ ਵਾਰ ਤਾਂ ਉਹ ਆਪਣੇ ਮਤ ਦੀ ਵਰਤੋਂ ਹੀ ਨਹੀਂ ਕਰਦੇ। ਗਰੀਬੀ ਲੋਕਤੰਤਰ ਲਈ ਖਤਰਾ ਪੈਦਾ ਕਰਦੀ ਹੈ। ਧਨਵਾਨ ਵਿਅਕਤੀ ਗਰੀਬ ਦੀ ਵੋਟ ਖਰੀਦ ਕੇ ਆਪਣੇ ਆਪ ਨੂੰ ਕਾਮਯਾਬ ਕਰ ਲੈਂਦੇ ਨੇ। ਹੁਣ ਗਰੀਬੀ ਜਿਹੜੀ ਹੈ, ਗਰੀਬ ਵਿਅਕਤੀ ਉਹ ਆਪਣੀ ਰੋਟੀ ਦਾ ਪਹਿਲਾਂ ਸੋਚੂਗਾ। ਪਹਿਲੀ ਗੱਲ ਤਾਂ ਉਹ ਵੋਟ ਹੀ ਨਹੀਂ ਪਾਉਣ ਜਾਂਦਾ, ਕਿਉਂਕਿ ਉਹ ਉਸ ਦਿਨ ਵੀ ਕੰਮ ਵਿੱਚ ਲੱਗਾ ਹੁੰਦਾ ਆ, ਕਿਉਂਕਿ ਉਹਨੂੰ ਆਪਣੀ ਰੋਟੀ ਦੀ ਚਿੰਤਾ ਹੁੰਦੀ ਹੈ। ਜਾਂ ਫਿਰ ਉਹ ਕੀ ਕਰਦਾ ਆ ਵੀ ਜਿਹੜੇ ਉਮੀਦਵਾਰ ਖੜ੍ਹੇ ਹੁੰਦੇ ਆ ਉਹ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਵੋਟ ਪਾ ਦਿੰਦਾ। ਇਹ ਨਹੀਂ ਸੋਚਦਾ ਵੀ ਉਹ ਚੰਗਾ ਆ ਮਾੜਾ ਆ। ਇਸ ਕਰਕੇ ਗਰੀਬੀ ਵੀ ਇੱਕ ਅਭਿਸ਼ਾਪ ਆ। ਉਦਾਸੀਨਤਾ ਜਾਂ ਨਿਰਾਸ਼ਤਾ। ਉਦਾਸੀਨਤਾ ਅਤੇ ਆਲਸੀ ਲੋਕ ਵੀ ਸਮਾਜ 'ਤੇ ਭਾਰ ਹੁੰਦੇ ਹਨ। ਉਦਾਸੀਨ ਅਤੇ ਆਲਸੀ ਲੋਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਨਹੀਂ ਲੈਂਦੇ। ਆਲਸੀ ਲੋਕ ਵੋਟ ਦੀ ਵਰਤੋਂ ਨਹੀਂ ਕਰਦੇ। ਨੇਤਾਵਾਂ ਦਾ ਭਾਸ਼ਣ ਸੁਣਨ ਜਾਂ ਰੈਲੀਆਂ ਵਿੱਚ ਜਾਣ ਦੀ ਉਹਨਾਂ ਦੀ ਰੁਚੀ ਨਹੀਂ ਹੁੰਦੀ। ਅਜਿਹੇ ਲੋਕ ਲੋਕਤੰਤਰ ਲਈ ਖਤਰਾ ਆ। ਉਦਾਸੀਨਤਾ ਮਤਲਬ ਕਿ ਅਸੀਂ ਭਾਗ ਹੀ ਨਹੀਂ ਲੈਣਾ, ਸਾਨੂੰ ਵੋਟਾਂ ਦਾ ਕੋਈ ਮਤਲਬ ਹੀ ਹੈ ਨਹੀਂ, ਇਹ ਆ। ਬਹੁਤ ਸਾਰੇ ਲੋਕ ਐਸੇ ਵੀ ਹੈਗੇ। ਇਹਨਾਂ ਤੋਂ ਇਲਾਵਾ ਚੰਗੇ ਸਿਧਾਂਤਕ ਅਤੇ ਸੰਗਠਿਤ ਰਾਜਨੀਤਿਕ ਦਲਾਂ ਦੀ ਅਣਹੋਂਦ, ਭ੍ਰਿਸ਼ਟਾਚਾਰ ਵਿੱਚ ਵਾਧਾ, ਰਾਜਨੀਤਿਕ ਦਲਾਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਵਿੱਚ ਕਮੀ, ਦੇਸ਼ ਭਗਤੀ ਦੀ ਘਟ ਰਹੀ ਭਾਵਨਾ ਅਤੇ ਵਿਰੋਧੀ ਦਲਾਂ ਵਿੱਚ ਸਕਾਰਾਤਮਕ ਸੋਚ ਦੀ ਕਮੀ ਵਰਗੀਆਂ ਸਮੱਸਿਆਵਾਂ ਵੀ ਭਾਰਤੀ ਲੋਕਤੰਤਰ ਨੂੰ ਦੁਨੀਆ ਦਾ ਸਭ ਤੋਂ ਵਧੀਆ ਲੋਕਤੰਤਰ ਬਣਨ ਦੇ ਰਾਹ ਵਿੱਚ ਸਮੱਸਿਆਵਾਂ ਹਨ। ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਇਹਦੇ ਨਾਲ ਐਡ ਹੋ ਜਾਂਦੀਆਂ ਨਾ। ਅੱਛਾ, ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ। ਹੁਣ ਅੱਗੇ ਰੁਕਾਵਟਾਂ ਸੀ, ਜੇ ਆਪਾਂ ਰੁਕਾਵਟਾਂ ਦੂਰ ਕਰ ਦਾਂਗੇ ਤਾਂ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਊਗੀਆਂ ਅਤੇ ਲੋਕਤੰਤਰ ਸਫਲ ਹੋ ਜਾਊਗਾ। ਪਹਿਲਾ, ਰਾਜਨੀਤਿਕ ਆਜ਼ਾਦੀ। ਲੋਕਤੰਤਰ ਦੀ ਸਫਲਤਾ ਲਈ ਲੋਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟਾਉਣ, ਇਕੱਠੇ ਹੋਣ ਜਾਂ ਸੰਘ ਬਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਰਾਜਨੀਤਿਕ ਆਜ਼ਾਦੀ ਦਾ ਭਾਵ ਇਹ ਹੈ ਵੀ ਲੋਕ ਜਿਹੜੇ ਆ ਕਿਸੇ ਵੀ ਮਸਲੇ ਦੇ ਉੱਤੇ ਇਕੱਠੇ ਹੋ ਕੇ ਆਪਸ ਵਿਚਾਰ ਵਿਮਰਸ਼ ਕਰਨ, ਭਾਸ਼ਣ ਦੇਣ, ਸੰਘ ਬਣਾਉਣ, ਹੈ ਨਾ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਵੀ ਅਸੀਂ ਕੁਛ ਗਲਤ ਕਰ ਰਹੇ ਹਾਂ ਤਾਂ ਉਹ ਠੀਕ ਹੋ ਸਕੇ।
ਦੂਸਰਾ ਆਰਥਿਕ ਸਮਾਨਤਾ। ਰਾਜਨੀਤਿਕ ਲੋਕਤੰਤਰ ਆਰਥਿਕ ਸਮਾਨਤਾ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਵੱਡੇ ਪੱਧਰ 'ਤੇ ਆਰਥਿਕ ਅਸਮਾਨਤਾ ਕ੍ਰਾਂਤੀ ਨੂੰ ਜਨਮ ਦਿੰਦੀ ਹੈ। ਪੂਰੀ ਤਰ੍ਹਾਂ ਆਰਥਿਕ ਸਮਾਨਤਾ ਸੰਭਵ ਨਹੀਂ, ਪਰ ਹਰ ਇੱਕ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਵਿਅਕਤੀ ਦਾ ਵਿਅਕਤੀ ਦੁਆਰਾ ਸ਼ੋਸ਼ਣ ਨਾ ਹੋਵੇ। ਦੇਸ਼ ਦੀ ਆਰਥਿਕ ਸਾਧਨਾ ਦਾ ਲਾਭ ਸਾਰੇ ਲੋਕਾਂ ਨੂੰ ਪਹੁੰਚੇ। ਦੇਸ਼ ਦਾ ਧਨ ਥੋੜ੍ਹੇ ਲੋਕਾਂ ਦੇ ਹੱਥਾਂ ਤੱਕ ਸੀਮਿਤ ਨਾ ਰਹੇ ਅਤੇ ਇਕੱਠਾ ਨਾ ਹੋਣ ਦਿੱਤਾ ਜਾਵੇ। ਆਰਥਿਕ ਸਮਾਨਤਾ ਤੋਂ ਭਾਵ ਹੈ ਵੀ ਜਿਹੜਾ ਅਮੀਰ ਅਤੇ ਗਰੀਬ ਵਿੱਚ ਬਹੁਤਾ ਅੰਤਰ ਨਹੀਂ ਹੋਣਾ ਚਾਹੀਦਾ। ਇਹ ਨਹੀਂ ਵੀ ਅਮੀਰ ਬਹੁਤ ਅਮੀਰ ਆ ਅਤੇ ਗਰੀਬ ਬਹੁਤ ਗਰੀਬ ਆ। ਸਮਾਜਿਕ ਸਮਾਨਤਾ। ਸਮਾਜਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤ ਆ। ਸਮਾਜ ਵਿੱਚ ਨਸਲ, ਧਰਮ, ਲਿੰਗ, ਜਾਤੀ, ਜਨਮ ਆਦਿ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਲੋਕਤੰਤਰ ਵਿਸ਼ੇਸ਼ ਅਧਿਕਾਰਾਂ 'ਤੇ ਆਧਾਰਿਤ ਕੁਲੀਨ ਤੰਤਰ ਨੂੰ ਨਸ਼ਟ ਕਰਨ ਦੀ ਮੰਗ ਕਰਦਾ ਹੈ। ਦੂਜੇ ਪਾਸੇ ਕਿਰਤੀਆਂ ਅਤੇ ਕਿਸਾਨਾਂ ਦੇ ਪੂੰਜੀਪਤੀ ਵਰਗ ਵੱਲੋਂ ਸ਼ੋਸ਼ਣ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ। ਸਮਾਜ 'ਚ ਵੀ ਬਰਾਬਰੀ ਹੋਣੀ ਚਾਹੀਦੀ ਹੈ। ਸਾਰੇ ਲੋਕਾਂ ਨੂੰ ਬਰਾਬਰ ਹੱਕ ਮਿਲਣੇ ਚਾਹੀਦੇ ਹੈ। ਧਰਮ, ਜਾਤ, ਭਾਸ਼ਾ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ। ਉਹ ਸਮਾਜਿਕ ਸਮਾਨਤਾ ਆ। ਪੜ੍ਹੇ ਲਿਖੇ ਲੋਕ ਲੋਕਤੰਤਰ ਨੂੰ ਸਫਲ ਬਣਾਉਂਦੇ ਹਨ। ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆ ਨੂੰ ਸਮਝ ਸਕਦੇ ਹਨ ਅਤੇ ਉਹਨਾਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਿੱਖਿਆ ਲੋਕਾਂ ਦੇ ਮਨਾਂ ਵਿੱਚ ਉਦਾਰਵਾਦੀ ਰੁਚੀਆਂ ਪੈਦਾ ਕਰਦੀ ਹੈ। ਉਦਾਰਵਾਦੀ ਵਿਚਾਰ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਆ। ਹੁਣ ਬੱਚੋ ਉਦਾਰਵਾਦੀ ਕੀ ਹੈ? ਉਦਾਰਵਾਦੀ ਤੋਂ ਮਤਲਬ ਹੈਗਾ ਵੀ ਜਿਵੇਂ ਅਸੀਂ ਹੁਣ ਉਦਾਰਵਾਦੀ ਵਿਵਸਥਾ ਅਪਣਾਈ ਹੈ ਅਤੇ ਬਾਹਰਲੇ ਦੇਸ਼ ਸਾਡੇ ਦੇਸ਼ ਦੇ ਵਿੱਚ ਆ ਕੇ ਨਿਵੇਸ਼ ਕਰਦੇ ਆ। ਇਹਦੇ ਨਾਲ ਕੀ ਹੁੰਦਾ ਵੀ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਕੰਮ ਕਾਰ ਮਿਲਦਾ ਆ। ਠੀਕ ਹੈ, ਤਾਂ ਜੇ ਲੋਕ ਪੜ੍ਹੇ ਲਿਖੇ ਹੋਣਗੇ ਤਾਂ ਹੀ ਲੋਕਤੰਤਰ ਸਫਲ ਹੋਊਗਾ। ਲੋਕਾਂ ਨੂੰ ਗਿਆਨ ਹੋਊਗਾ ਦੇਸ਼ ਦੇ ਬਾਰੇ, ਦੇਸ਼ ਦੀਆਂ ਨੀਤੀਆਂ ਦੇ ਬਾਰੇ ਸਾਰਾ ਕੁਛ ਪਤਾ ਹੋਊਗਾ। ਨੈਤਿਕ ਆਚਰਣ। ਉੱਚੇ ਆਚਰਣ ਵਾਲੇ ਲੋਕ ਲੋਕਤੰਤਰ ਨੂੰ ਸਫਲ ਬਣਾਉਂਦੇ ਹਨ। ਜੇਕਰ ਲੋਕ ਰਾਜਨੀਤਿਕ ਨੇਤਾ ਜਾਂ ਸ਼ਾਸਕ ਭ੍ਰਿਸ਼ਟ ਹਨ, ਭ੍ਰਿਸ਼ਟ ਮਤਲਬ ਜਿਹੜੇ ਲੋਕ ਹੇਰਾ ਫੇਰੀਆਂ ਕਰਦੇ ਆ, ਚੋਰੀ ਠੱਗੀ ਕਰਦੀ, ਸਰਕਾਰੀ ਪੈਸੇ ਦੀ ਦੁਰਵਰਤੋਂ ਕਰਦੇ ਆ, ਤਾਂ ਲੋਕਤੰਤਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰੀ ਹੋ ਜਾਊਗਾ। ਚੇਤਨ ਨਾਗਰਿਕ। ਚੇਤਨ ਜਿਹੜਾ ਬੰਦਾ ਹਮੇਸ਼ਾ ਧਿਆਨ ਰੱਖਦਾ ਆਲੇ ਦੁਆਲੇ ਕੀ ਹੁੰਦਾ, ਉਹਨੂੰ ਚੇਤਨ ਕਹਿ ਦਿੰਦੇ ਆ। ਚੇਤਨ ਅਤੇ ਜਾਗਰੂਕ ਨਾਗਰਿਕ ਲੋਕਤੰਤਰ ਨੂੰ ਸਫਲ ਬਣਾਉਂਦੇ ਹਨ। ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਆਪਣੇ ਕਰਤੱਵਾਂ ਦੀ ਵੀ ਪੂਰੀ ਜਾਣਕਾਰੀ ਅਤੇ ਇਮਾਨਦਾਰੀ ਨਾਲ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਨਾਗਰਿਕ ਚੇਤਨ ਨਹੀਂ ਹੋਣਗੇ ਤਾਂ ਕੋਈ ਵੀ ਸਰਕਾਰ ਤਾਨਾਸ਼ਾਹ ਬਣ ਸਕਦੀ ਹੈ। ਤਾਨਾਸ਼ਾਹ ਲੋਕਤੰਤਰ ਹੁੰਦਾ ਲੋਕਾਂ ਦਾ ਸ਼ਾਸਨ, ਤਾਨਾਸ਼ਾਹ ਜਿਹੜਾ ਵੀ ਇੱਕ ਬੰਦਾ ਕਬਜ਼ਾ ਕਰ ਲੈਂਦਾ, ਜਿਵੇਂ ਪਹਿਲਾਂ ਰਾਜਾ ਹੀ ਹੁੰਦੇ ਸੀ, ਉਹ ਇੱਕ ਕਿਸਮ ਨਾਲ ਤਾਨਾਸ਼ਾਹ ਹੀ ਹੁੰਦੇ ਸੀ। ਇਸ ਕਰਕੇ ਸਾਡਾ ਚੇਤਨ ਹੋਣਾ ਜ਼ਰੂਰੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਸਰਕਾਰ ਕੀ ਕਰ ਰਹੀ ਹੈ। ਚੰਗੇ ਨੇਤਾ। ਲੋਕਤੰਤਰ ਦੀ ਸਫਲਤਾ ਲਈ ਬੁੱਧੀਮਾਨ, ਇਮਾਨਦਾਰ ਅਤੇ ਚੰਗੇ ਨੇਤਾਵਾਂ ਦਾ ਹੋਣਾ ਜ਼ਰੂਰੀ। ਨੇਤਾਵਾਂ ਵੱਲੋਂ ਸਹੀ ਫੈਸਲੇ ਲੈਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਨੇਤਾਵਾਂ ਦਾ ਆਚਰਣ ਉੱਚਾ ਹੋਣਾ ਚਾਹੀਦਾ। ਉਹਨਾਂ ਵਿੱਚ ਪਹਿਲ ਕਦਮੀ ਕਰਨ ਦੇ ਗੁਣ ਹੋਣਾ ਚਾਹੀਦਾ। ਨੇਤਾ ਚੰਗੇ ਹੋਣੇ ਚਾਹੀਦੇ ਆ। ਚੰਗੇ ਨੇਤਾ ਦਾ ਹੀ ਚੁਣਾਵ ਹਮੇਸ਼ਾ ਆਪਾਂ ਨੂੰ ਕਰਨਾ ਚਾਹੀਦਾ ਹੈ। ਵੋਟ ਪਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਹੜਾ ਬੰਦਾ ਚੰਗਾ, ਕਿਹੜਾ ਮਾੜਾ। ਸਥਾਨਕ ਸਵੈ ਸਰਕਾਰਾਂ ਦੀਆਂ ਸੰਸਥਾਵਾਂ। ਸਥਾਨਕ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ, ਨਗਰ ਪਾਲਿਕਾ ਅਤੇ ਨਗਰ ਨਿਗਮ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਦੀ ਸਿੱਖਿਆ ਦਿੰਦੀਆਂ ਹਨ। ਸਥਾਨਕ ਸਰਕਾਰ ਦੀਆਂ ਸੰਸਥਾਵਾਂ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹਨ। ਸਥਾਨਕ ਸਰਕਾਰ ਮਤਲਬ ਜਿਵੇਂ ਤੁਸੀਂ ਪਿੰਡ 'ਚ ਰਹਿੰਦੇ ਹੋ ਅਤੇ ਪਿੰਡ ਦੀ ਸਰਕਾਰ ਕਿਹੜੀ ਹੈਗੀ ਹੈ? ਪੰਚਾਇਤ। ਜਿਹੜੇ ਸ਼ਹਿਰ 'ਚ ਰਹਿੰਦੇ ਆ ਉੱਥੇ ਨਗਰ ਪਾਲਿਕਾ ਜਾਂ ਨਗਰ ਨਿਗਮ ਹੁੰਦੇ ਆ। ਤਾਂ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਆ ਵੀ ਅਸੀਂ ਕਿੱਦਾਂ ਕਿਸੇ ਵਿਅਕਤੀ ਨੂੰ ਚੁਣਨਾ ਹੈ, ਕਿਉਂਕਿ ਉਹ ਵਿਅਕਤੀ ਸਾਡੇ ਡਾਇਰੈਕਟ ਲਿੰਕ ਦੇ ਵਿੱਚ ਹੁੰਦਾ ਨਾ। ਸਾਨੂੰ ਪਤਾ ਕਿਹੋ ਜਿਹਾ ਵਿਅਕਤੀ ਆ, ਅਸੀਂ ਉਹਨੂੰ ਵੋਟ ਪਾਉਣੀ ਜਾਂ ਨਹੀਂ ਪਾਉਣੀ, ਕਿਹੜੇ ਚੁਣਨਾ ਅਤੇ ਉੱਤੋਂ ਕਿਹੜੇ ਕੰਮ ਅਤੇ ਕਿਵੇਂ ਕਰਾਉਣੇ ਆ। ਇਸ ਤਰ੍ਹਾਂ ਸਾਨੂੰ ਜਿਹੜਾ ਸਰਕਾਰੀ ਤੰਤਰ ਦਾ ਪਤਾ ਲੱਗ ਜਾਂਦਾ ਹੈ ਅਤੇ ਅਸੀਂ ਲੋਕਤੰਤਰ ਦੀ ਸਫਲਤਾ ਦੇ ਵਿੱਚ ਆਪਣਾ ਕਦਮ ਜਿਹੜਾ ਆ ਆਪਣਾ ਯੋਗਦਾਨ ਦੇ ਸਕਦੇ ਹਾਂ। ਨਿਆਂਪਾਲਿਕਾ ਦੀ ਸੁਤੰਤਰਤਾ। ਇੱਕ ਸੱਚ ਲੋਕਤੰਤਰ ਵਿੱਚ ਨਿਆਂਪਾਲਿਕਾ ਦੀ ਸੁਤੰਤਰਤਾ ਬਹੁਤ ਜ਼ਰੂਰੀ ਹੈ। ਨਿਆਂਪਾਲਿਕਾ ਇਮਾਨਦਾਰ ਅਤੇ ਨਿਡਰ ਹੋਣੀ ਚਾਹੀਦੀ। ਸੁਤੰਤਰ ਨਿਆਂਪਾਲਿਕਾ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਮੰਨੀ ਜਾਂਦੀ ਹੈ। ਸੁਤੰਤਰ ਅਤੇ ਇਮਾਨਦਾਰ ਨਿਆਂਪਾਲਿਕਾ ਸਰਕਾਰਾਂ ਦੀ ਨਿਰੰਕੁਸ਼ਤਾ ਨੂੰ ਰੋਕ ਲਗਾਉਂਦੀ ਹੈ। ਲਾਰਡ ਬਰਾਈਸ ਦੇ ਅਨੁਸਾਰ ਕਿਸੇ ਵੀ ਦੇਸ਼ ਦੀ ਸਰਕਾਰ ਦੀ ਕਾਰਜਕੁਸ਼ਲਤਾ ਨੂੰ ਜਾਣਨ ਲਈ ਉਸ ਦੀ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਤੋਂ ਬਿਨਾਂ ਹੋਰ ਕੋਈ ਕਸੌਟੀ ਨਹੀਂ। ਨਿਆਂਪਾਲਿਕਾ ਮਤਲਬ ਅਦਾਲਤ, ਕੋਰਟ। ਕਿ ਇਹ ਜਿਹੜੇ ਸਾਰੇ ਸਰਕਾਰ ਦੇ ਜਾਂ ਕਿਸੇ ਵੱਡੇ ਵਿਅਕਤੀਆਂ ਦੇ ਦਬਾਅ ਤੋਂ ਮੁਕਤ ਹੋਣੇ ਚਾਹੀਦੇ। ਇਹ ਨਹੀਂ ਹੈਗਾ ਵੀ
ਵੀ ਅਮੀਰ ਲੋਕਾਂ ਦੇ ਜਾਂ ਸਰਕਾਰ ਦੇ ਜਾਂ ਨੇਤਾਵਾਂ ਦੇ ਹੱਕ ਵਿੱਚ ਇਹਨਾਂ ਨੇ ਫੈਸਲੇ ਦੇਣੇ। ਇਹ ਸੁਤੰਤਰ ਹੋਣੇ ਚਾਹੀਦੇ। ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਇਹਨਾਂ ਨੂੰ ਫੈਸਲੇ ਕਰਨੇ ਚਾਹੀਦੇ। ਕਾਨੂੰਨ ਦਾ ਸ਼ਾਸਨ। ਕਾਨੂੰਨ ਦਾ ਸ਼ਾਸਨ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ। ਇਸ ਦਾ ਅਰਥ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ। ਕਿਸੇ ਨੂੰ ਵੀ ਪੱਖਪਾਤੀ ਢੰਗ ਨਾਲ ਸਜ਼ਾ ਨਹੀਂ ਮਿਲਣੀ ਚਾਹੀਦੀ। ਹਰ ਇੱਕ ਨੂੰ ਕਾਨੂੰਨ ਦੇ ਸਾਹਮਣੇ ਸਮਾਨ ਸਮਝਣਾ ਚਾਹੀਦਾ। ਠੀਕ ਹੈ। ਕਾਨੂੰਨ ਕੀ ਆ? ਜਿਹਦੇ ਰਾਹੀਂ ਕੁਛ ਨਿਯਮ ਹੈ ਜਿਨ੍ਹਾਂ ਦੇ ਅਧੀਨ ਰਹਿ ਕੇ ਸਾਨੂੰ ਕਿਤੇ ਵੀ ਰਹਿਣਾ ਪੈਂਦਾ, ਭਾਵੇਂ ਸਕੂਲ ਆ, ਭਾਵੇਂ ਕਾਲਜ ਆ, ਭਾਵੇਂ ਦੇਸ਼ ਆ, ਅਤੇ ਸਾਨੂੰ ਉਹ ਪਾਲਣਾ ਕਰਨੀ ਚਾਹੀਦੀ ਹੈ। ਅਤੇ ਇਸ ਗੱਲ ਦਾ ਡਰ ਸਾਡੇ ਮਨ 'ਚ ਹੋਣਾ ਚਾਹੀਦਾ ਵੀ ਜੇ ਅਸੀਂ ਗਲਤ ਕੀਤਾ ਜਾਂ ਕਾਨੂੰਨ ਨਹੀਂ ਮੰਨੇ ਤਾਂ ਸਾਨੂੰ ਸਜ਼ਾ ਹੋਊਗੀ। ਸ਼ਕਤੀਆਂ ਦਾ ਵਿਕੇਂਦਰੀਕਰਨ। ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸ਼ਕਤੀਆਂ ਦਾ ਕੇਂਦਰੀਕਰਨ ਨਾ ਹੋਣ ਦਿੱਤਾ ਜਾਵੇ। ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਵਿੱਚ ਸਿੱਖਿਅਤ ਕਰਦਾ ਹੈ। ਸ਼ਕਤੀਆਂ ਦੇ ਵਿਕੇਂਦਰੀਕਰਨ ਕਾਰਨ ਸਰਕਾਰ ਦਾ ਕੋਈ ਵੀ ਅੰਗ ਜਾਂ ਅਧਿਕਾਰੀ ਨਿਰੰਕੁਸ਼ ਨਹੀਂ ਬਣ ਸਕਦਾ। ਸ਼ਕਤੀਆਂ ਕੀ ਆ? ਮਤਲਬ ਕੰਮ ਕਰਨ ਦੀਆਂ ਸ਼ਕਤੀਆਂ ਉਹ ਅਲੱਗ-ਅਲੱਗ ਲੈਵਲ ਦੇ ਉੱਤੇ ਵੰਡੀਆਂ ਹੋਣੀਆਂ ਚਾਹੀਦੀਆਂ। ਕਿਹੜੇ ਬੰਦੇ ਨੇ ਕਿਹੜਾ ਕੰਮ ਕਰਨਾ ਹੈ ਅਤੇ ਉਹਨੂੰ ਕਿਹੜੇ ਬੰਦੇ ਨੇ ਪੁੱਛ-ਗਿੱਛ ਕਰਨੀ। ਇਸ ਤਰ੍ਹਾਂ ਜਿਹੜੀਆਂ ਸ਼ਕਤੀਆਂ ਜਿਹੜੀਆਂ ਵੰਡੀਆਂ ਹੋਣੀਆਂ ਚਾਹੀਦੀਆਂ। ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟਾਂ। ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਅਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਹੁਣ ਇਸ ਗੱਲ ਦਾ ਵਿਚਾਰ ਕਰਾਂਗੇ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਤੰਤਰੀ ਹੋ ਸਕਦੀ ਹੈ ਜਾਂ ਨਹੀਂ। ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਅਸੀਂ ਕੁਝ ਉਦਾਹਰਨਾਂ ਲਵਾਂਗੇ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਉੱਥੋਂ ਦੇ ਸੈਨਿਕ ਕਮਾਂਡਰ ਪਰਵੇਜ਼ ਮੁਸ਼ੱਰਫ ਨੇ 1999 ਵਿੱਚ ਸੈਨਿਕ ਸਾਜ਼ਿਸ਼ ਦੁਆਰਾ ਸੱਤਾ ਸੰਭਾਲ ਲਈ ਪਾਕਿਸਤਾਨੀ ਕੇਂਦਰੀ ਸੰਸਦ ਅਤੇ ਪ੍ਰਾਂਤਿਕ ਅਸੈਂਬਲੀਆਂ ਦੀਆਂ ਸ਼ਕਤੀਆਂ ਨੂੰ ਘੱਟ ਕਰ ਦਿੱਤਾ। ਇੱਕ ਕਾਨੂੰਨ ਪਾਸ ਕਰ ਦਿੱਤਾ ਜਿਸ ਵਿੱਚ ਆਪਣੇ ਆਪ ਨੂੰ ਦੇਸ਼ ਦਾ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ। ਇਸ ਕਾਨੂੰਨ ਤਹਿਤ ਇਹ ਵਿਵਸਥਾ ਕਰ ਦਿੱਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ। ਸੰਸਦ ਅਸੈਂਬਲੀਆਂ 'ਤੇ ਨਜ਼ਰਸਾਨੀ ਕਰਨ ਲਈ ਇੱਕ ਸੈਨਿਕ ਅਫਸਰਾਂ ਦੀ ਕੌਂਸਲ ਬਣਾ ਦਿੱਤੀ ਕਿ ਲੋਕਤੰਤਰ ਵਿੱਚ ਅੰਤਿਮ ਸ਼ਕਤੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਕੋਲ ਹੁੰਦੀ ਹੈ, ਪਰ ਮੁਸ਼ੱਰਫ ਦੇ ਕਾਲ ਵਿੱਚ ਜਨਤਾ ਤੋਂ ਚੁਣੇ ਹੋਏ ਪ੍ਰਤੀਨਿਧਾਂ ਕੋਲੋਂ ਅੰਤਿਮ ਸ਼ਕਤੀ ਖੋਹ ਲਈ ਗਈ। ਸੋ ਅਜਿਹੀ ਸਰਕਾਰ ਨੂੰ ਅਸੀਂ ਲੋਕਤੰਤਰੀ ਸਰਕਾਰ ਨਹੀਂ ਕਹਿ ਸਕਦੇ। ਹੁਣ ਪਾਕਿਸਤਾਨ 'ਚ ਕੀ ਹੋਇਆ? ਜਿਹੜਾ ਉਹਨਾਂ ਦਾ ਸੈਨਿਕ ਕਮਾਂਡਰ ਸੀਗਾ ਪਰਵੇਜ਼ ਮੁਸ਼ੱਰਫ, ਉਹਨੇ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਪਰਾਂ ਹਟਾ ਕੇ ਆਪ ਜਿਹੜਾ ਆ ਸ਼ਾਸਨ ਦੀ ਸ਼ਕਤੀ ਸੰਭਾਲ ਲਈ ਅਤੇ ਰਾਸ਼ਟਰਪਤੀ ਬਣ ਗਿਆ। ਠੀਕ ਹੈ। ਅਤੇ ਇਸ ਤਰ੍ਹਾਂ ਜਿਹੜਾ ਲੋਕਤੰਤਰ, ਇਹਨੂੰ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ। ਅਗਲੀ ਉਦਾਹਰਨ ਸਾਡੇ ਗੁਆਂਢੀ ਦੇਸ਼ ਚੀਨ ਤੋਂ ਲੈਂਦੇ ਹਾਂ। ਚੀਨ ਵਿੱਚ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ, ਪਰ ਵੋਟਰ ਕੋਲ ਕਮਿਊਨਿਸਟ ਪਾਰਟੀ ਨੂੰ ਵੋਟ ਪਾਉਣ ਤੋਂ ਸਿਵਾ ਹੋਰ ਕੋਈ ਵਿਕਲਪ ਨਹੀਂ ਹੁੰਦਾ। ਚੀਨ ਵਿੱਚ ਕਮਿਊਨਿਸਟ ਪਾਰਟੀ ਦੁਆਰਾ ਮਨੋਨੀਤ ਕੀਤੇ ਉਮੀਦਵਾਰ ਹਰ ਚੋਣ ਲੜ ਸਕਦੇ ਹਨ। ਚੀਨ ਦੀ ਸੰਸਦ ਵਿੱਚ ਕੁਝ ਪ੍ਰਤੀਨਿਧ ਸੈਨਿਕ ਅਫਸਰਾਂ ਵਿੱਚੋਂ ਵੀ ਲਏ ਜਾਂਦੇ ਹਨ। ਜਿਸ ਦੇਸ਼ ਵਿੱਚ ਇੱਕ ਹੀ ਦਲ ਦੀ ਸਰਕਾਰ ਬਣਦੀ ਰਹੇ, ਹੋਰ ਦਲਾਂ ਦੀ ਹੋਂਦ ਨਾ ਹੋਵੇ, ਤਾਂ ਅਜਿਹੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਕੀ ਅਸੀਂ ਲੋਕਤੰਤਰੀ ਕਹਿ ਸਕਦੇ ਹਾਂ? ਜਿਸ ਦੇਸ਼ ਵਿੱਚ ਵਿਰੋਧੀ ਦਲ ਦੀ ਹੋਂਦ ਨਹੀਂ, ਉਸ ਦੇਸ਼ ਨੂੰ ਵੀ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ। ਹੁਣ ਚੀਨ ਦੀ ਗੱਲ ਕੀ ਦੱਸੀ ਆ ਵੀ ਚੀਨ 'ਚ ਇੱਕੋ ਹੀ ਪਾਰਟੀ ਹੈ, ਵੋਟਾਂ ਜ਼ਰੂਰ ਪੈਂਦੀਆਂ ਆ, ਪਰ ਜਦੋਂ ਪਾਰਟੀ ਇੱਕੋ ਹੀ, ਉਮੀਦਵਾਰ ਇੱਕੋ ਹੀ ਖੜ੍ਹਾ ਹੈ ਤਾਂ ਉਹੋ ਹੀ ਜਿੱਤੂਗਾ। ਇਸ ਕਰਕੇ ਇਹ ਲੋਕਤੰਤਰੀ ਸਰਕਾਰ ਨਹੀਂ ਹੋ ਸਕਦੀ। ਹੁਣ ਅਸੀਂ ਫਿਜੀ ਦੇਸ਼ ਦੀ ਉਦਾਹਰਨ ਲੈਂਦੇ ਹਾਂ। ਫਿਜੀ ਵਿੱਚ ਮੂਲ ਫਿਜੀਅਨ ਲੋਕਾਂ ਦੀ ਵੋਟ ਦੀ ਕੀਮਤ ਭਾਰਤੀ ਫਿਜੀਅਨ ਲੋਕਾਂ ਦੀ ਵੋਟ ਤੋਂ ਜ਼ਿਆਦਾ ਮੰਨੀ ਜਾਂਦੀ ਹੈ। ਲੋਕਤੰਤਰ ਵਿੱਚ ਇੱਕ ਬਾਲਗ ਵੋਟ, ਬਾਲਗ ਕਿਹਨੂੰ ਕਹਿੰਦੇ ਆ? ਉਹ ਵਿਅਕਤੀ ਜਿਹੜਾ 18 ਸਾਲ ਦਾ, ਉਹ ਉਸਨੂੰ ਅਸੀਂ ਬਾਲਗ ਕਹਿੰਦੇ ਹਾਂ। ਇੱਕ ਬਾਲਗ ਇੱਕ ਵੋਟ ਇੱਕ ਕੀਮਤ ਦਾ ਸਿਧਾਂਤ ਲਾਗੂ ਹੁੰਦਾ ਹੈ। ਇਸ ਕਰਕੇ ਫਿਜੀ ਦੇਸ਼ ਨੂੰ ਵੀ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ। ਹੁਣ ਅਸੀਂ ਮੈਕਸੀਕੋ ਦੇਸ਼ ਦੀ ਉਦਾਹਰਨ ਲੈਂਦੇ ਹਾਂ। ਮੈਕਸੀਕੋ 1930 ਵਿੱਚ ਆਜ਼ਾਦ ਹੋਇਆ। ਉਦੋਂ ਹੀ ਮੈਕਸੀਕੋ ਵਿੱਚ ਹਰ 6 ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਰਹੀ ਹੈ। ਦੇਸ਼ ਦੀ ਸੱਤਾ ਕਦੇ ਵੀ ਸੈਨਾ ਜਾਂ ਤਾਨਾਸ਼ਾਹ ਦੇ ਹੱਥਾਂ ਵਿੱਚ ਨਹੀਂ ਰਹੀ, ਪਰ ਸੰਨ 2000 ਤੱਕ ਹਰ ਇੱਕ ਚੋਣ PRI ਪਾਰਟੀ ਦੁਆਰਾ ਜਿੱਤੀ ਗਈ ਹੈ। ਹੁਣ ਪਹਿਲਾਂ ਫਿਜੀ ਦੀ ਗੱਲ ਕੀਤੀ। ਫਿਜੀ ਦਾ ਮਤਲਬ ਇਹ ਆ ਵੀ ਫਿਜੀ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਹੈਗੇ, ਉਹਨਾਂ ਦੀ ਜੇ ਵੋਟ ਆ, ਇੱਕ ਵੋਟ ਦੇ ਮਤਲਬ ਉਹਨੂੰ ਜ਼ਿਆਦਾ ਗਿਣੀ ਜਾਂਦੀਆਂ ਵੋਟਾਂ, ਯਾਨੀ ਉਹਦੀ ਕੀਮਤ ਜ਼ਿਆਦਾ ਆ। ਜਿਹੜੇ ਬਾਹਰਲੇ ਲੋਕ ਆ ਕੇ ਉੱਥੇ ਰਹਿਣ ਲੱਗੇ, ਉਹਨਾਂ ਨੂੰ ਇੱਕ ਵੋਟ ਬਦਲੇ ਇੱਕੋ ਹੀ ਮਤਲਬ ਗਿਣਿਆ ਜਾਂਦਾ ਹੈ। ਤਾਂ ਇਸ ਕਰਕੇ ਜਿਹੜਾ ਆ ਅਸੀਂ ਉਹਨੂੰ ਵੀ ਲੋਕਤੰਤਰੀ ਨਹੀਂ ਕਹਿ ਸਕਦੇ। ਅੱਗੇ ਮੈਕਸੀਕੋ ਦੀ ਗੱਲ ਕਰਦੇ ਹਾਂ ਵੀ ਉੱਥੇ 2000 ਤੋਂ ਲੈ ਕੇ ਹੁਣ ਤੱਕ PRI ਪਾਰਟੀ ਹੀ ਜਿੱਤੀ ਜਾ ਰਹੀ ਹੈ। ਹੋਰ ਪਾਰਟੀਆਂ ਨੂੰ ਚੋਣਾਂ ਲੜਨ ਦੀ ਖੁੱਲ੍ਹ ਹੈ, ਪਰ PRI ਹਾਕਮ ਪਾਰਟੀ ਹੋਣ ਕਰਕੇ ਚੋਣਾਂ ਵਿੱਚ ਅਣਉਚਿਤ ਢੰਗਾਂ ਦੀ ਵਰਤੋਂ ਕਰਦੀ ਹੈ। ਹੁਣ PRI ਪਾਰਟੀ ਜਿਹੜੀ 2000 ਤੋਂ ਲੈ ਕੇ 2020 ਤੱਕ ਜਿੱਤੀ ਜਾ ਰਹੀ ਹੈ, ਉਹਦਾ ਕਾਰਨ ਇਹ ਹੈ ਵੀ ਕਿਉਂਕਿ ਸ਼ਾਸਨ ਵਿੱਚ ਹੁੰਦੀ ਹੈ
ਤੇ ਧੱਕਾ ਕਰਕੇ ਜਿਹੜਾ ਆ ਗਲਤ ਤਰੀਕਿਆਂ ਦੇ ਨਾਲ ਚੋਣਾਂ ਜਿੱਤਦੀ ਆ। ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪਾਰਟੀਆਂ ਦੀਆਂ ਮੀਟਿੰਗਾਂ ਅਟੈਂਡ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਰਕਾਰੀ ਅਧਿਆਪਕਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ PRI ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਜਾਂਦਾ ਹੈ। ਚੋਣਾਂ ਵਾਲੇ ਦਿਨ ਅੰਤਿਮ ਮਿੰਟਾਂ 'ਤੇ ਪੋਲਿੰਗ ਬੂਥਾਂ ਨੂੰ ਸ਼ਿਫਟ ਕੀਤਾ ਜਾਂਦਾ ਸੀ ਤਾਂ ਕਿ ਵਿਰੋਧੀ ਸੁਰ ਰੱਖਣ ਵਾਲੇ ਵੋਟਰ ਆਪਣੇ ਮਤ ਦੀ ਵਰਤੋਂ ਕਰਨ ਵਿੱਚ ਅਸਫਲ ਰਹਿਣ। ਉੱਪਰ ਦਿੱਤੀਆਂ ਉਦਾਹਰਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਲੋਕਤੰਤਰ ਵਿੱਚ ਕੇਵਲ ਚੋਣਾਂ ਹੋਣੀਆਂ ਹੀ ਜ਼ਰੂਰੀ ਨਹੀਂ, ਸਗੋਂ ਚੋਣਾਂ ਦਾ ਸੁਤੰਤਰ ਅਤੇ ਨਿਰਪੱਖ ਹੋਣਾ ਵੀ ਜ਼ਰੂਰੀ ਹੈ। ਜੇਕਰ ਕੋਈ ਸ਼ਾਸਕ ਦਲ ਦਮਨਕਾਰੀ ਨੀਤੀਆਂ ਨਾਲ ਜਾਂ ਅਨੁਚਿਤ ਸਾਧਨਾਂ ਨਾਲ ਚੋਣਾਂ ਜਿੱਤ ਜਾਂਦਾ ਹੈ ਤਾਂ ਅਸੀਂ ਇਸ ਨੂੰ ਸੱਚਾ ਲੋਕਤੰਤਰ ਨਹੀਂ ਕਹਿ ਸਕਦੇ। ਉਪਰੋਕਤ ਉਦਾਹਰਨਾਂ ਤੋਂ ਅਸੀਂ ਲੋਕਤੰਤਰਿਕ ਅਤੇ ਅਲੋਕਤੰਤਰਿਕ ਸਰਕਾਰਾਂ ਵਿੱਚ ਅੰਤਰ ਜਾਣਨ ਦੇ ਯੋਗ ਹੋ ਜਾਵਾਂਗੇ। ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਨਿਯਮਤ ਕਾਲੀ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣਾ ਜ਼ਰੂਰੀ ਹੈ। ਸ਼ਾਸਨ ਕਰਨ ਦੀ ਸ਼ਕਤੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਕੋਲ ਹੋਣੀ ਜ਼ਰੂਰੀ ਹੈ। ਲੋਕਤੰਤਰ ਪ੍ਰਣਾਲੀ ਵਿੱਚ ਵਿਰੋਧੀ ਦਲਾਂ ਦੀ ਹੋਂਦ ਵੀ ਜ਼ਰੂਰੀ ਹੈ। ਹਰ ਇੱਕ ਬਾਲਗ ਨੂੰ ਇੱਕ ਵੋਟ ਇੱਕ ਕੀਮਤ ਦਾ ਸਿਧਾਂਤ ਲਾਗੂ ਹੋਣਾ ਜ਼ਰੂਰੀ ਹੈ। ਪਾਠ ਦੇ ਅਖੀਰ ਵਿੱਚ ਅਸੀਂ ਲੋਕਤੰਤਰ ਕਿੰਨੀ ਕਿਸਮ ਦਾ ਹੁੰਦਾ ਹੈ ਇਸ ਗੱਲ ਦੀ ਚਰਚਾ ਕਰਾਂਗੇ। ਮੁੱਖ ਤੌਰ 'ਤੇ ਲੋਕਤੰਤਰ ਦੀਆਂ ਦੋ ਕਿਸਮਾਂ ਹੁੰਦੀਆਂ, ਪ੍ਰਤੱਖ ਅਤੇ ਅਪ੍ਰਤੱਖ। ਪਰ ਅੱਜ ਕੱਲ੍ਹ ਬਹੁਤੇ ਦੇਸ਼ਾਂ ਵਿੱਚ ਅਪ੍ਰਤੱਖ ਲੋਕਤੰਤਰ ਹੀ ਅਪਣਾਇਆ ਗਿਆ ਹੈ। ਪ੍ਰਤੱਖ ਲੋਕਤੰਤਰ ਵਿੱਚ ਪ੍ਰਤੀਨਿਧੀ ਲੋਕਤੰਤਰ ਕਿਹਾ ਜਾਂਦਾ ਹੈ। ਇਸ ਲੋਕਤੰਤਰ ਵਿੱਚ ਜਨਤਾ ਪ੍ਰਤੱਖ ਚੋਣ ਢੰਗ ਰਾਹੀਂ ਆਪਣੇ ਪ੍ਰਤੀਨਿਧੀ ਚੁਣਦੀ ਹੈ। ਇਹ ਪ੍ਰਤੀਨਿਧੀ ਸ਼ਾਸਨ ਚਲਾਉਣ ਦਾ ਕੰਮ ਕਰਦੇ ਹਨ। ਪ੍ਰਤੱਖ ਲੋਕਤੰਤਰ ਵਿੱਚ ਜਨਤਾ ਖੁਦ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਲੈਂਦੀ ਹੈ। ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਲਈ ਹਰੇਕ ਨਾਗਰਿਕ ਦੀ ਕਾਨੂੰਨ ਬਣਾਉਣ ਵਿੱਚ ਭਾਗੀਦਾਰੀ ਹੁੰਦੀ ਹੈ। ਪਰ ਅਜਿਹਾ ਲੋਕਤੰਤਰ ਅੱਜ ਦੇ ਸਮੇਂ ਸੰਭਵ ਨਹੀਂ। ਸਿੱਧਾ ਜਾਂ ਪ੍ਰਤੱਖ ਲੋਕਤੰਤਰ ਉਦੋਂ ਹੀ ਸੰਭਵ ਸੀ ਜਦੋਂ ਰਾਜਾਂ ਦੀ ਆਬਾਦੀ ਹਜ਼ਾਰਾਂ ਵਿੱਚ ਸੀ। ਛੋਟੇ ਛੋਟੇ ਰਾਜ ਸਨ, ਜਿਵੇਂ ਕਿ ਯੂਨਾਨ ਦੇ ਨਗਰ ਰਾਜ। ਪ੍ਰਤੱਖ ਅਤੇ ਅਪ੍ਰਤੱਖ ਲੋਕਤੰਤਰ ਵਿੱਚ ਕੀ ਫਰਕ ਹੈ? ਪ੍ਰਤੱਖ ਲੋਕਤੰਤਰ ਵਿੱਚ ਲੋਕ ਆਪ ਰਾਜ ਕਰਦੇ ਆ, ਸਰਕਾਰ ਆਪ ਬਣਾਉਂਦੇ ਆ। ਅਪ੍ਰਤੱਖ ਦੇ ਵਿੱਚ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀ ਹੀ ਸਰਕਾਰ ਬਣਾਉਂਦੇ। ਜਿਵੇਂ ਆਪਣੇ ਦੇਸ਼ ਦੇ ਵਿੱਚ ਅਸੀਂ ਵੋਟਾਂ ਪਾਉਂਦੇ, ਸਾਡੇ ਨੇਤਾ ਚੁਣੇ ਜਾਂਦੇ, ਨੇਤਾ ਅੱਗੇ ਸਾਡੇ ਲਈ ਕੰਮ ਕਰਦੇ ਹਨ। ਤਾਂ ਬੱਚਿਓ, ਇਹ ਸਾਡਾ ਪਾਠ ਸੀਗਾ ਲੋਕਤੰਤਰ ਦੇ ਸੰਬੰਧ ਵਿੱਚ, ਵੀ ਲੋਕਤੰਤਰ ਦੇ ਰਸਤੇ ਵਿੱਚ ਕੀ ਰੁਕਾਵਟਾਂ ਆ, ਕਿਵੇਂ ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ, ਅਤੇ ਲੋਕਤੰਤਰੀ ਸਰਕਾਰ ਅਤੇ ਅਲੋਕਤੰਤਰੀ ਸਰਕਾਰ ਦੇ ਵਿੱਚ ਕੀ ਫਰਕ ਆ, ਪ੍ਰਤੱਖ ਅਤੇ ਅਪ੍ਰਤੱਖ ਲੋਕਤੰਤਰ ਕੀ ਆ, ਇਹ ਆਪਾਂ ਪੜ੍ਹ ਲਿਆ ਅਤੇ ਆਪਣਾ ਪਾਠ ਖਤਮ ਹੋ ਗਿਆ। ਅੱਗੇ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਧੰਨਵਾਦ।